ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਥੋੜ੍ਹੀ ਧੁੱਪ ਨਿਕਲੀ ਕਈ ਜ਼ਿਲ੍ਹਿਆਂ ਦੇ ਵਿੱਚ, ਕਈ ਸ਼ਹਿਰਾਂ ਦੇ ਵਿੱਚ, ਪਰ ਬਹੁਤੀਆਂ ਥਾਵਾਂ ਦੇ ਉੱਤੇ ਦਿਨ ਦੇ ਵੇਲੇ ਵੀ ਧੁੰਦ ਪਈ ਸੀ ਤੇ ਰਾਤ ਦੇ ਵੇਲੇ 18 ਸਿਖਰ ਦੇ ਉੱਤੇ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਮਾਘੀ ਵਾਲੇ ਦਿਨ ਯਾਨੀ ਕਿ ਅੱਜ ਪੰਜਾਬ ਦੇ ਵਿੱਚ ਧੁੰਦ ਰਹਿਣੀ ਹੈ। ਦਿਨ ਦੇ ਮੌਕੇ ਵੀ ਧੁੱਪ ਨਹੀਂ ਨਿਕਲਣੀ ਤੇ ਅਗਲੇ 72 ਘੰਟੇ ਪੰਜਾਬ ਦੇ ਵਿੱਚ ਲੋਹੜਿਆਂ ਦੀ ਠੰਡ ਪੈਣੀ ਹੈ। ਇਸ ਕਰਕੇ ਭਾਈ ਬਚਾਅ ਦੇ ਵਿੱਚ ਬਚਾਅ ਤੇ ਜਿਹੜੇ ਵੀ ਕਿਸਾਨ ਭੈਣਾਂ ਵੀਰ ਇਸ ਵਕਤ ਵੱਖ-ਵੱਖ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਆ, ਉਹਨਾਂ ਦੇ ਸਿਰ ਨੂੰ ਫਿਰ ਸਲਾਮ ਕਰਨੀ ਬਣਦੀ ਹੈ। ਹਰ ਰੋਜ਼ ਮੇਰਾ ਜੀ ਕਰਦਾ ਇੱਥੇ ਉਹਨਾਂ ਨੂੰ ਸਲਾਮ ਕਹਿ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ, ਕਿਉਂਕਿ ਉਹ ਸੱਚੀ ਮੁੱਚੀ ਬਹੁਤ ਯੋਧੇ ਆ। ਜੇ ਆਪਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੋਵੇ, 2 ਰਾਤਾਂ ਲਾਉਣੀਆਂ ਹੋਣ ਕਿਸੇ ਦੇ ਵਿਆਹ ਦੇ ਉੱਤੇ, ਕਿਸੇ ਦੇ ਦੁੱਖ ਸੁੱਖ 'ਤੇ ਵੀ ਜਾਣਾ ਹੋਵੇ, ਉਦੋਂ ਵੀ ਅਸੀਂ ਇਹ ਗੱਲ ਕਹਿੰਦੇ ਵੀ 2 ਨਹੀਂ ਯਾਰ, ਅਸੀਂ 1 ਦਿਨ ਦੇ ਵਿੱਚ ਹੀ ਮੁੜੇ ਅੱਗੇ। ਜੇ ਅਸੀਂ ਰਾਤ ਲਾਉਣ ਦਾ ਪ੍ਰੋਗਰਾਮ ਬਣਾਇਆ ਹੋਵੇ, ਅਸੀਂ ਆਥਣ ਨੂੰ ਆਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਯਾਰ ਘਰ ਸੁੰਨਾ ਪਿਆ, ਘਰ ਖਾਲੀ ਛੱਡ ਕੇ ਆਏ ਆ, ਘਰ ਦੇ ਬਿਨਾਂ ਸਰਦਾ ਨੀਗਾ, ਸਾਡੇ ਆਹ ਵੀ ਕੰਮ ਆ, ਸਾਡੇ ਉਹ ਵੀ ਕੰਮ ਆ। ਪਰ ਜਿਹੜੇ ਉੱਥੇ ਕਿਸਾਨ ਭੈਣਾਂ ਵੀਰ ਬੈਠੇ ਆ ਲਗਾਤਾਰ 1.5 ਮਹੀਨੇ ਤੋਂ ਜਿਸ ਤਰੀਕੇ ਨਾਲ ਡਟੇ ਹੋਏ ਆ, ਸੱਚੀ ਮੁੱਚੀ ਉਹਨਾਂ ਦਾ ਕੋਈ ਦੇਣ ਨਹੀਂ ਦੇ ਸਕਦਾ। ਭਾਵੇਂ ਸਰਕਾਰਾਂ ਕਹਿਣ ਜੀ ਇਹ ਤਾਂ ਖਾਲਿਸਤਾਨੀ ਹਨ, ਇਹ ਅੱਤਵਾਦੀ ਹਨ, ਇਹ ਫਲਾਣੇ ਹਨ, ਇਹ ਢਿੰਗੜੇ ਹਨ, ਉਹਨਾਂ ਦੀਆਂ ਇਹਨਾਂ ਗੱਲਾਂ ਦੇ ਉੱਤੇ ਦੁੱਕੀ ਦਾ ਕੋਈ ਯਕੀਨ ਨਹੀਂ ਕਰਦਾ ਗਾ। ਪਰ ਕਿਸਾਨ ਕਿਸਾਨ ਹੀ ਆ ਤੇ ਕਿਸਾਨਾਂ ਨੇ ਇਹ ਗੱਲ ਜ਼ਰੂਰ ਸਾਬਤ ਕਰਤੀ ਹੈ ਵੀ 6.5 ਸਾਲਾਂ ਦੇ ਵਿੱਚ, ਪੌਣੇ 7 ਸਾਲਾਂ ਦੇ ਵਿੱਚ ਭਾਵੇਂ ਕੋਈ ਨਹੀਂ ਸੀ ਬੋਲਿਆ, ਪਰ ਜਦੋਂ ਹੁਣ ਅਸੀਂ ਬੋਲੇ ਆ ਤਾਂ ਪੂਰੀ ਦੁਨੀਆ ਦੇ ਵਿੱਚ ਚਰਚਾ ਛਿੜੀ ਹੈ ਕਿ 56 ਇੰਚ ਦੇ ਸੀਨੇ ਵਾਲੇ ਬੰਦੇ ਨੂੰ ਵੀ ਸਵਾਲਾਂ ਦੀ ਵਾਛੜ ਦਾ ਸਾਹਮਣਾ ਕਰਨਾ ਪੈ ਸਕਦਾ। ਦੁਨੀਆ ਭਰ ਦੇ ਵਿੱਚ 56 ਇੰਚ ਦੇ ਸੀਨੇ ਵਾਲੇ ਬੰਦੇ ਦੀ ਕਿਰਕਰੀ ਹੋ ਰਹੀ ਹੈ। ਸੋ ਇਸ ਕਰਕੇ ਕੇਂਦਰ ਦੀ ਸਰਕਾਰ ਕਸੂਤੀ ਕਰੀ ਹੋਈ ਹੈ। ਭਾਵੇਂ ਕਿ ਸੁਪਰੀਮ ਕੋਰਟ ਦੇ ਰਾਹੀਂ ਉਹਨੇ ਆਪਣੀ ਜਿੱਦ ਪਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਕੁਝ ਹੱਦ ਤੱਕ ਸਫਲ ਵੀ ਹੋ ਗਈ ਹੈ, ਪਰ ਕਿਸਾਨਾਂ ਦਾ ਇਰਾਦਾ ਦ੍ਰਿੜ ਆ ਤੇ ਠੰਡ ਵੀ ਉਹਨਾਂ ਨੇ ਮੂਹਰੇ ਕੁਝ ਨਹੀਂ ਕਰ ਰਹੀ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ 26 ਜਨਵਰੀ ਦੇ ਮੌਕੇ ਗਣਤੰਤਰ ਦਿਵਸ ਦੀ ਪਰੇਡ ਨਾਲ ਜੁੜੀ ਹੋਈ। ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਸੀਂ ਇਸ ਪਰੇਡ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ। ਰਿਹਰਸਲਾਂ ਦਾ ਦੌਰ ਲਗਾਤਾਰ ਜਾਰੀ ਹੈ, ਪਰ ਜਿਸ ਤਰੀਕੇ ਦੇ ਨਾਲ ਕਿਸਾਨ ਭਾਈਚਾਰੇ ਦੇ ਵੱਲੋਂ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਦਿੱਲੀ ਦੇ ਵਿੱਚ ਵੜਨ ਦੀ ਗੱਲ ਕੀਤੀ ਗਈ ਹੈ, ਜਿਵੇਂ ਇਹ ਗੱਲ ਕਹੀ ਹੈ ਕਿ ਅਸੀਂ ਆਪਦੀ ਪਰੇਡ ਕੱਢਾਂਗੇ, ਉਸ ਤੋਂ ਕੇਂਦਰ ਦੀ ਸਰਕਾਰ ਇੰਨੀ ਕੁ ਘਬਰਾਈ ਹੋਈ ਹੈ ਕਿ ਵਾਇਆ ਦਿੱਲੀ ਦੀ ਪੁਲਿਸ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਹੈ। ਪਟੀਸ਼ਨ ਪਾ ਕੇ ਗੱਲ ਕਹੀ ਗਈ ਹੈ ਕਿ ਦਿੱਲੀ ਦਾ ਮਾਹੌਲ ਖਰਾਬ ਹੋ ਜਾਣਾ, ਦਿੱਲੀ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ, ਇਸ ਕਰਕੇ ਇਹਦੇ ਉੱਤੇ ਰੋਕ ਲਾਓ। ਪਰ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਪਰੇਡ ਤਾਂ ਨਿਕਲੂਗੀ ਹੀ ਨਿਕਲੂਗੀ। ਤੇ ਰਾਕੇਸ਼ ਟਕੈਤ ਹੋਰਾਂ ਨੇ ਬੜੀ ਟਕਾ ਕੇ ਗੱਲ ਕਹੀ ਹੈ। ਉਹ ਕਹਿੰਦੇ ਵੀ ਦਿੱਲੀ ਦੇ ਵਿੱਚ 10 ਸਾਲ ਪੁਰਾਣਾ ਟਰੈਕਟਰ ਚੱਲ ਨਹੀਂ ਸਕਦਾ, ਪਰ ਅਸੀਂ ਚਲਾ ਕੇ ਦਿਖਾਵਾਂਗੇ। ਇੱਕ ਹੋਰ ਕਮਾਲ ਦੀ ਗੱਲ ਇਹ ਆ ਵੀ ਕਿਸਾਨ ਭਰਾਵਾਂ ਦੇ ਵੱਲੋਂ ਬਹੁਤ ਕਮਾਲ ਦੇ ਵੱਖਰੀ ਭਾਂਤ ਦੇ ਟਰੈਕਟਰ ਤਿਆਰ ਕੀਤੇ ਗਏ ਆ। ਉਹ ਟਰੈਕਟਰ ਜਿਨ੍ਹਾਂ ਦੇ ਆਲੇ ਦੁਆਲੇ ਗਰਿੱਲਾਂ ਲੱਗੀਆਂ ਯਾਨੀ ਕਿ ਸਰੀਏ ਲੱਗੇ ਹੋਏ ਆ। ਕਿਸੇ ਵੀ ਅਣਸੁਖਾਵੀ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਇਹ ਵਿਸ਼ੇਸ਼ ਤੌਰ ਦੇ ਉੱਤੇ ਟਰੈਕਟਰ ਬਣਾਏ ਗਏ ਆ, ਜਿਨ੍ਹਾਂ ਦੇ ਉੱਤੇ ਕੋਈ ਆਪਾਂ ਕਹਿ ਦਈਏ ਵੀ ਹਮਲੇ ਦਾ ਅਸਰ ਨਾ ਹੋਵੇ, ਜਿਨ੍ਹਾਂ ਦੇ ਉੱਤੇ ਲਾਠੀ ਚਾਰਜ ਦਾ ਅਸਰ ਨਾ ਹੋਵੇ, ਜਿਨ੍ਹਾਂ ਦੇ ਉੱਤੇ ਜੇਕਰ ਕੋਈ ਬੈਰੀਕੇਡ ਤੋੜਨੇ ਪੈਂਦੇ ਆ ਤਾਂ ਉਹਦੇ ਲਈ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਆ। ਹਾਲਾਂਕਿ ਇਹੋ ਜਿਹਾ ਮਾਹੌਲ ਕਿਤੇ ਬਣੇ ਨਾ, ਇਹਦੀ ਅਸੀਂ ਕਾਮਨਾ ਕਰਦੇ, ਪਰ ਕਿਸਾਨ ਭਾਈਚਾਰਾ ਹਰ ਤਰੀਕੇ ਦੀ ਚੁਣੌਤੀ ਵਾਸਤੇ ਤਿਆਰ ਬਰ ਤਿਆਰ ਹੈਗਾ। ਵੱਖਰੀ ਭਾਂਤ ਦੇ ਇਹ ਟਰੈਕਟਰ ਆ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਖਾਸੇ ਪ੍ਰਚਾਰੇ ਵੀ ਜਾ ਰਹੇ ਆ ਤੇ ਲਗਾਤਾਰ ਹੈਰਾਨ ਵੀ ਹੋ ਰਹੇ ਲੋਕ ਵੀ ਦੇਖੋ ਅਗਾਊਂ ਤਿਆਰੀਆਂ ਇੱਦਾਂ ਦੀਆਂ ਵੀ ਹੁੰਦੀਆਂ। ਪਰ ਉਸ ਤੋਂ ਅਗਲੀ ਗੱਲ ਇਹ ਵੀ ਜਿਵੇਂ ਸਿਆਣੇ ਕਹਿੰਦੇ ਨਾ ਕਿ ਖਵਾਜੇ ਦਾ ਗਵਾ ਡੱਡੂ ਹੁੰਦਾ, ਉਹੋ ਜਿਹੀਆਂ ਗੱਲਾਂ ਬੀਜੇਪੀ ਦੇ ਕਈ ਮੈਂਬਰ ਪਾਰਲੀਮੈਂਟ ਤੇ ਮੰਤਰੀ ਕਰ ਰਹੇ ਆ। ਹੇਮਾ ਮਾਲਿਨੀ ਨੂੰ ਕੀ ਪਤਾ ਵੀ ਕਿਹੜੇ ਮੌਕੇ ਕਣਕ ਬੀਜੀ ਜਾਂਦੀ ਹੈ ਤੇ ਕਦੋਂ ਵੱਢੀ ਜਾਂਦੀ ਹੈ। ਉਹਨਾਂ ਨੂੰ ਕੀ ਪਤਾ ਵੀ ਕਿੱਲੇ ਦੇ ਵਿੱਚੋਂ ਕਿੰਨਾ ਝਾੜ ਨਿਕਲਦਾ, ਕੀ ਪਤਾ ਵੀ ਪਾਣੀ ਕਿੰਨੇ ਲੱਗਦੇ ਆ, ਕੀ ਪਤਾ ਰੇਹ ਸਪਰੇਅ ਕਦੋਂ ਕਰੀਦੀ ਹੈ। ਪਰ ਉਹਨੇ ਵੀ ਇਹ ਗੱਲ ਕਹੀ ਹੈ ਕਿ ਜੀ ਜਿਹੜੇ ਇਹ ਕਿਸਾਨ ਬੈਠੇ ਹੈ ਨਾ, ਇਹ ਤਾਂ ਅਸਲ ਦੇ ਵਿੱਚ ਗੁੰਮਰਾਹ ਹੋਏ ਵੇ ਆ। ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ। ਉਹਦੇ ਕਹਿਣ ਦੇ ਮੁਤਾਬਕ ਵੀ ਖੇਤੀ ਕਾਨੂੰਨ ਦਾ ਮਸਲਾ ਕੀ ਹੈ, ਇਹ ਤਾਂ ਬਸ ਇੱਕ ਦੂਜੇ ਦੇ ਪਿੱਛੇ ਲੱਗ ਕੇ ਇੱਥੇ ਪਹੁੰਚ ਗਏ ਆ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਖੇਤੀ ਕਾਨੂੰਨ ਬਿਲਕੁਲ ਦਰੁਸਤ ਹੈ, ਸੁਪਰੀਮ ਕੋਰਟ ਨੇ ਮਸਲਾ ਹੱਲ ਕਰ ਦਿੱਤਾ ਹੈ ਤੇ ਖੇਤੀ ਕਾਨੂੰਨ ਤੇ ਆਰਜ਼ੀ ਤੌਰ ਦੇ ਉੱਤੇ ਰੋਕ ਲੱਗ ਗਈ ਹੈ। ਇਹ ਲੋਕ ਜਿਹੜੇ ਗੁੰਮਰਾਹ ਹੋਏ ਆ, ਇਹਨਾਂ ਨੂੰ ਹੌਲੀ ਹੌਲੀ ਚਾਨਣ ਹੋਊਗਾ। ਸੋ ਹੇਮਾ ਮਾਲਿਨੀ ਹੋਰੀ ਜਿਹੜੇ ਕਿ ਮਥੁਰਾ ਦੇ ਵਿੱਚ ਥੋੜ੍ਹੀ ਜਿਹੀ ਕਣਕ ਵੱਢ ਕੇ ਤੇ ਚਰਚਾ ਦੇ ਵਿੱਚ ਆਏ ਸੀ ਚੋਣਾਂ ਦੇ ਮੌਕੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂਗਾ ਵੀ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਕੰਮ ਕਿਵੇਂ ਕਰੀਦਾ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂਗਾ ਵੀ ਪੋਹ ਮਾਘ ਦੀਆਂ ਰਾਤਾਂ ਨੂੰ ਕੰਮ ਕਿਵੇਂ ਕਰੀਦਾ ਖੇਤਾਂ ਦੇ ਵਿੱਚ। ਉਹ ਸਿਰਫ ਗੱਲਾਂ ਕਰਨੀਆਂ ਜਾਣਦੇ ਆ। ਰੀਅਲ ਲਾਈਫ ਤੇ ਰੀਅਲ ਦੀ ਲਾਈਫ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ। ਜੇਕਰ ਇਹਨਾਂ ਕਲਾਕਾਰਾਂ ਨੂੰ, ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ, ਭਾਵੇਂ ਉਹ ਮੰਤਰੀ ਆ ਤੇ ਭਾਵੇਂ ਸੰਤਰੀ ਆ, ਉਹਨਾਂ ਨੂੰ ਰੀਅਲ ਲਾਈਫ ਦੇ ਬਾਰੇ ਪਤਾ ਹੋਵੇ ਨਾ, ਤੇ ਫਿਰ ਇਹ ਰੀਅਲ ਵਾਲੀ ਲਾਈਫ ਨੂੰ ਇੱਕ
ਪਾਸੇ ਕਰ ਦੇਣ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਇਸ ਕਰਕੇ ਖਵਾਜੇ ਦਾ ਗਵਾ ਡੱਡੂ ਵਾਲੀ ਗੱਲ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਰਾਕੇਸ਼ ਟਕੈਤ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੀ ਕਿਹਾ। ਉਹਨਾਂ ਨੇ ਕਿਹਾ ਜੀ ਅਸੀਂ ਤਿਰੰਗਾ ਲਾਇਆ ਹੋਊਗਾ ਮੂਹਰੇ ਟਰੈਕਟਰ ਦੇ, ਅਸੀਂ ਇਹ ਵੀ ਕਹਿੰਦੇ ਵੀ ਇਹ ਚਲੋ ਤਿਰੰਗਾ ਯਾਤਰਾ, ਚਲੋ ਆਓ ਪਾਣੀ ਦੀਆਂ ਵਿਛਾੜਾ ਮਾਰੋ ਤਿਰੰਗੇ ਦੇ ਉੱਤੇ, ਪਤਾ ਲੱਗੇ ਵੀ ਅਸਲ ਖਾਲਿਸਤਾਨੀ ਕੌਣ ਆ। ਤੁਸੀਂ ਸਾਨੂੰ ਬਦਨਾਮ ਕਰਦੇ ਹੋ, ਇਹ ਖਾਲਿਸਤਾਨੀ ਹਨ, ਇਹ ਮਾਓਵਾਦੀ ਹਨ, ਇਹ ਨਕਸਲੀ ਹਨ। ਜਿਹੜਾ ਵੀ ਸਾਡੇ ਉੱਤੇ ਹਮਲਾ ਕਰੂਗਾ, ਜਿਹੜਾ ਤਿਰੰਗੇ ਦੇ ਉੱਤੇ ਹਮਲਾ ਕਰੂਗਾ, ਅਸਲ ਖਾਲਿਸਤਾਨੀ ਅਸੀਂ ਉਹਨੂੰ ਮੰਨਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਕੈਤ ਨੇ ਕਿਹਾ ਕਿ ਕਿਸਾਨ ਸੁਪਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦੇ ਨੇ, ਪਰ ਸੰਸਦ ਦੇ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਮੁਅੱਤਲ ਹੋਣ ਤੱਕ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ। ਮੁੰਬਈ ਦੇ ਵਿੱਚ ਪਹੁੰਚੇ ਰਾਕੇਸ਼ ਟਕੈਤ ਨੇ ਕਿਹਾ ਕਿ ਕਾਨੂੰਨ ਨੂੰ ਸੰਸਦ ਦੇ ਵਿੱਚ ਤਿਆਰ ਕੀਤਾ ਗਿਆ, ਨਾ ਕਿ ਸੁਪਰੀਮ ਕੋਰਟ ਦੇ ਵਿੱਚ, ਇਸ ਲਈ ਉਸ ਨੂੰ ਉੱਥੇ ਹੀ ਮੁਅੱਤਲ ਕੀਤਾ ਜਾਣਾ ਜ਼ਰੂਰੀ ਹੈ। ਇਹਨਾਂ ਕਾਨੂੰਨਾਂ ਦੇ ਮੁਅੱਤਲ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਰਾਕੇਸ਼ ਟਕੈਤ ਨੇ ਕਿਹਾ ਕਿ ਅਸੀਂ ਕਦੇ ਵੀ ਸੁਪਰੀਮ ਕੋਰਟ ਨਹੀਂ ਗਏ, ਸਾਡਾ ਅੰਦੋਲਨ ਕ੍ਰਾਂਤੀ ਹੈ, ਸਾਡਾ ਅੰਦੋਲਨ ਸਰਕਾਰ ਦੇ ਖਿਲਾਫ ਹੈ। ਟਕੈਤ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਸੈਸ਼ਨ ਬੁਲਾਉਣ ਦੀ ਲੋੜ ਹੈ ਤੇ ਕਿਸਾਨ ਅੰਦੋਲਨ ਦੇ ਖਿਲਾਫ ਕੋਈ ਸੰਸਦ ਮੈਂਬਰ ਵਿਰੋਧ ਕਰਦਾ ਹੈ ਤਾਂ ਅਸੀਂ ਉਹਨਾਂ ਦਾ ਨਾਂ ਨੋਟ ਕਰਾਂਗੇ ਤੇ ਦੂਜਿਆਂ ਨੂੰ ਉਹਦੇ ਬਾਰੇ ਦੱਸਾਂਗੇ। ਉਹਨਾਂ ਨੇ ਕਿਹਾ ਕਿ ਇਹ ਸਭ ਇਸ ਕਰਕੇ ਹੋ ਰਿਹਾ ਕਿਉਂਕਿ ਕੋਈ ਖੇਤੀਬਾੜੀ ਮੰਤਰੀ ਨਹੀਂ ਹੈ। ਟਕੈਤ ਨੇ ਕਿਹਾ ਕਿ 18 ਮੰਤਰੀ ਨੇ ਜੋ ਖੇਤੀਬਾੜੀ ਮਾਮਲਿਆਂ ਨੂੰ ਵੇਖ ਰਹੇ ਨੇ। ਇਹ ਸਭ ਹੋਣਾ ਤੈਅ ਆ। ਅਸੀਂ ਪ੍ਰਧਾਨ ਮੰਤਰੀ ਤੇ ਸਰਕਾਰ ਨੂੰ ਲੱਭ ਰਹੇ ਹਾਂ, ਪਰ ਸਾਨੂੰ ਮਿਲਿਆ ਕੋਈ ਵੀ ਨਹੀਂ। ਕਿਸਾਨ ਨੇਤਾ ਰਾਕੇਸ਼ ਟਕੈਤ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਦੀ ਤਿਰੰਗਾ ਯਾਤਰਾ ਨਿਰਧਾਰਤ ਹੈ। ਰਾਜਪਥ ਦੇ ਉੱਤੇ ਜਵਾਨਾਂ ਨਾਲ ਕਿਸਾਨ ਹੋਣਗੇ। ਉਹਨਾਂ ਕਿਹਾ ਪਹਿਲੀ ਵਾਰ ਵੇਖ ਰਿਹਾ ਕਿ ਤਿਰੰਗਾ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ਤਿਰੰਗਾ ਯਾਤਰਾ ਦੇ ਉੱਤੇ ਵਾਟਰ ਕੈਨਨ ਦੀ ਵਰਤੋਂ ਕਰਨਗੇ, ਅਸਲ ਖਾਲਿਸਤਾਨੀ ਉਹੀ ਹੋਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਕੇਸ਼ ਟਕੈਤ ਸਮੇਤ ਇਸ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਹੀ ਕਿਸਾਨ ਆਗੂ ਇੰਨੀ ਕੁ ਸੁਲੱਖਣੀ ਸੋਚ ਰੱਖਦੇ ਆ ਵੀ ਉਹਨਾਂ ਦੀ ਸਿਫਤ ਦੇ ਵਿੱਚ ਹਾਲ ਦੀ ਘੜੀ ਸ਼ਬਦ ਬਾਉਣੇ ਪੈ ਜਾਂਦੇ ਆ, ਕਿਉਂਕਿ ਉਹਨਾਂ ਦੇ ਵੱਲੋਂ ਜਿਵੇਂ ਸਿਰੜ ਦੇ ਨਾਲ ਮਸਲਾ ਨਜਿੱਠਿਆ ਜਾ ਰਿਹਾ, ਜਿਵੇਂ ਲੜਾਈ ਲੜੀ ਜਾ ਰਹੀ ਹੈ, ਜਿਵੇਂ ਉਹ ਠਰਮੇ ਦੇ ਵਿੱਚ ਵੀ ਰਹਿੰਦੇ ਆ, ਜਿਵੇਂ ਦਲੀਲਾਂ ਦੇ ਨਾਲ ਗੱਲ ਵੀ ਕਰਦੇ ਆ, ਜਿਵੇਂ ਕੇਂਦਰ ਦੀ ਹਕੂਮਤ ਦੇ ਮੂਹਰੇ ਬੈਠ ਕੇ ਉਹਨਾਂ ਨੂੰ ਨਿਰ ਉੱਤਰ ਵੀ ਕਰਦੇ ਆ, ਤੇ ਜਿਵੇਂ ਉਹਨਾਂ ਨੇ ਅੰਦੋਲਨ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ, ਇਹ ਸੱਚੀ ਮੁੱਚੀ ਇੱਕ ਮਿਸਾਲੀ ਗੱਲ ਹੈ। ਇਹ ਇਵੇਂ ਜਾਰੀ ਰਵੇ ਤੇ ਛੇਤੀ ਸਾਨੂੰ ਇਨਸਾਫ ਮਿਲੇ, ਇਹਦੀ ਕਾਮਨਾ ਕਰਦੇ ਆ। ਪਰ ਟਕੈਤ ਹੋਰਾਂ ਨੇ ਜਿਹੜੀ ਗੱਲ ਕਹੀ ਆ ਵੀ ਅਸਲ ਖਾਲਿਸਤਾਨੀ ਕੌਣ ਆ, ਹਾਲੇ ਤੱਕ ਕੇਂਦਰ ਦੀ ਸਰਕਾਰ ਇਹ ਲੱਭ ਨਹੀਂ ਰਹੀ ਤੇ ਲੱਭ ਸਕੀ ਵੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਆ ਜੀ, ਵਾਰ-ਵਾਰ ਕਹਿੰਦੇ ਆ ਇਸ ਅੰਦੋਲਨ ਦੇ ਵਿੱਚ ਗਲਤ ਅਨਸਰ ਵੜ ਗਏ ਆ, ਇਸ ਅੰਦੋਲਨ ਦੇ ਵਿੱਚ ਖਾਲਿਸਤਾਨੀ ਬੈਠੇ ਆ, ਇਸ ਅੰਦੋਲਨ ਦੇ ਵਿੱਚ ਨਕਸਲੀ ਤੇ ਮਾਓਵਾਦੀ ਬੈਠੇ ਆ। ਜੇਕਰ ਤੁਹਾਨੂੰ ਪਤਾ ਵੀ ਇਸ ਅੰਦੋਲਨ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ, ਤੁਸੀਂ ਫੜ ਕੇ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਨਾਲੇ ਸਾਨੂੰ ਪਤਾ ਲੱਗੇ ਵੀ ਇਸ ਅੰਦੋਲਨ ਦੇ ਵਿੱਚ ਕਿਹੜੇ-ਕਿਹੜੇ ਲੋਕ ਬੈਠੇ ਸੀ, ਕਿੱਥੇ-ਕਿੱਥੇ ਲੁਕੇ ਬੈਠੇ ਸੀਗੇ। ਤੁਸੀਂ ਫੜਦੇ ਕਿਸੇ ਨੂੰ ਨਹੀਂ, ਪਰ ਇਹ ਗੱਲ ਕਹੀ ਜਾਂਦੇ ਹੋ ਜੀ ਕਿ ਇਹਦੇ ਵਿੱਚ ਆ ਬੈਠੇ ਆ, ਉਹਦੇ ਵਿੱਚ ਉਹ ਬੈਠੇ ਆ, ਇੱਧਰ ਐਂ ਹੋ ਗਿਆ, ਉੱਧਰ ਇਉਂ ਹੋ ਗਿਆ। ਇਹ ਤੁਸੀਂ ਅੰਦੋਲਨ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਕਰਦੇ ਹੋ, ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋ, ਪਰ ਦੁਨੀਆ ਹੁਣ ਤੁਹਾਡੀ ਹਕੀਕਤ ਜਾਣ ਚੁੱਕੀ ਹੈ ਤੇ ਦੁਨੀਆ ਸਾਡਾ ਸੱਚ ਵੀ ਜਾਣਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅੱਜ ਤੱਕ ਤਿਰੰਗਾ ਯਾਤਰਾ ਦੇ ਉੱਤੇ ਕਦੇ ਰੋਕ ਨਹੀਂ ਲੱਗੀ, ਪਰ ਹੁਣ ਅਦਾਲਤ ਦੇ ਰਾਹੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਯਾਨੀ ਕਿ ਟਰੈਕਟਰ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਿਨ ਦੇ ਲਈ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਉਲੀਕਿਆ। ਟਰੈਕਟਰ ਦੇ ਮੂਹਰੇ ਇੱਕ ਕਿਸਾਨੀ ਝੰਡਾ ਹੋਊਗਾ, ਨਾਲ ਉਹਦੇ ਤਿਰੰਗਾ ਝੰਡਾ ਹੋਊਗਾ, ਕਿਉਂਕਿ ਅਸੀਂ ਤਿਰੰਗੇ ਦਾ ਵੀ ਸਨਮਾਨ ਕਰਦੇ ਹਾਂ ਤੇ ਕਿਸਾਨੀ ਝੰਡਾ ਸਾਡੀ ਇਸ ਵੇਲੇ ਜਨਜਾਨ ਹੈਗੀ ਆ। ਇਸ ਕਰਕੇ ਕਿਸਾਨ ਆਗੂਆਂ ਨੇ ਕਿਹਾ ਵੀ ਦੇਖਣਾ ਵੀ ਦਿੱਲੀ ਦੀ ਪੁਲਿਸ ਜਾਂ ਹੋਰ ਜਿਹੜੇ ਵੀ ਲੋਕ ਸਾਨੂੰ ਰੋਕਣ ਦੇ ਲਈ ਆਉਣਗੇ, ਉਹ ਕਿਹੋ ਜਿਹਾ ਅਤਿਆਚਾਰ ਝੰਡੇ ਦੇ ਉੱਤੇ ਕਰਦੇ ਆ, ਜਾਂ ਤਿਰੰਗੇ ਦਾ ਸਨਮਾਨ ਕਰਨ ਵਾਲੇ ਲੋਕਾਂ ਦੇ ਉਹ ਕਿਹੋ ਜਿਹੇ ਪੇਸ਼ ਪੈਂਦੇ ਆ, ਕਿਹੋ ਜਿਹੀ ਗੱਲਬਾਤ ਕਰਦੇ ਆ। ਸੋ ਇਹ ਇੱਕ ਵੱਖਰੀ ਭਾਂਤ ਦੀ ਤੇ ਵੱਖਰੀ ਨਿਆਰੀ ਗੱਲ ਹੈਗੀ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਖਾਲਿਸਤਾਨ ਦਾ ਮੁੱਦਾ ਜਾਂ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਇਹਨੂੰ ਆਪਾਂ ਪਰੇ ਕਰਕੇ ਜੇਕਰ ਸੋਚੀਏ ਤਾਂ ਕੇਂਦਰ ਸਰਕਾਰ ਦੀ ਬੱਸ ਹੋਈ ਪਈ ਆ, ਗੋਦੀ ਮੀਡੀਆ ਦੀ ਵੀ ਬੱਸ ਹੋਈ ਪਈ ਆ। ਪਰ ਜੇ ਅਸੀਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਹਾਂ, ਕੱਲੇ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਵਕਤ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਹਰ ਪਿੰਡ ਦੀ ਪੰਚਾਇਤ, ਹਰ ਪਿੰਡ ਦੀਆਂ ਕਲੱਬਾਂ, ਨੌਜਵਾਨ ਨੇ ਜਿਹੜੇ ਮੁੰਡੇ ਕੁੜੀਆਂ, ਉਹ ਇਸ ਵਕਤ ਕੋਸ਼ਿਸ਼ ਕਰ ਰਹੇ ਆ ਕਿ ਇੱਕ ਪਿੰਡ ਦੇ ਵਿੱਚੋਂ ਘੱਟੋ ਘੱਟ 11 ਤੋਂ ਲੈ ਕੇ 21 ਟਰੈਕਟਰ ਜ਼ਰੂਰ ਜਾਣ। ਇਸ ਵਕਤ ਲਿਸਟਾਂ ਬਣ ਰਹੀਆਂ ਵੀ ਕਿਹੜੇ ਘਰ ਦੇ ਵਿੱਚੋਂ ਟਰੈਕਟਰ ਜਾਣਾ, ਕਿੰਨੇ ਬੰਦਿਆਂ ਨੇ ਜਾਣਾ, ਕੀ ਪ੍ਰਬੰਧ ਕਰਨੇ ਆ, ਕਿਵੇਂ ਉੱਥੇ ਰਹਿਣ ਸਹਿਣ ਹੋਊਗਾ, ਸਾਰੇ ਕੁਝ ਦਾ ਪ੍ਰਬੰਧ ਕੀਤਾ ਜਾ ਰਿਹਾ। ਸੋ ਬਹੁਤ ਵੱਡੇ ਪੱਧਰ ਤੇ ਸੁਲੱਖਣੇ ਤਰੀਕੇ ਨਾਲ ਅੱਗੇ ਤੋਂ ਅੱਗੇ ਅੰਦੋਲਨ ਵਧ ਰਿਹਾ ਤੇ ਟਰੈਕਟਰ ਮਾਰਚ ਦੀ ਧੱਕ ਪੈਣੀ ਜ਼ਰੂਰ ਹੈ। ਤੇ ਅਗਲੀ ਗੱਲ ਇਹ ਹੈ ਕਿ 26 ਜਨਵਰੀ ਦੇ ਮੱਦੇਨਜ਼ਰ ਕੇਂਦਰ ਦੀ ਸਰਕਾਰ ਦੇ ਪਿੱਸੂ ਪਏ ਹੋਏ ਆ, ਉਹਨਾਂ ਨੂੰ ਫਿਕਰ ਇਸ ਗੱਲ ਦਾ ਸਤਾ ਰਿਹਾ ਵੀ ਜੇਕਰ ਸੱਚੀ ਮੁੱਚੀ ਲੱਖਾਂ ਟਰੈਕਟਰ ਦਿੱਲੀ ਦੇ ਵਿੱਚ ਵੜ ਗਿਆ, ਸਾਡੀ ਹਿੱਕ ਦੇ ਉੱਤੇ ਨੱਚਿਆ, ਫਿਰ ਸਾਡਾ ਬਣੂਗਾ ਕੀ? ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਇਸ ਵਕਤ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਹੋਏ ਲੋਕ ਆ, ਖਾਸ ਕਰਕੇ ਅਗਵਾਈ ਕਰਨ ਵਾਲੇ ਲੋਕ,
ਇਹ ਤਾਂ ਜੀ ਅਸਲ ਦੇ ਵਿੱਚ ਚੋਣਾਂ ਲੜਨ ਦੇ ਚਾਹਵਾਨ ਆ। ਮੰਨ ਲਓ ਕਿ ਚੋਣਾਂ ਲੜਨ ਦੇ ਚਾਹਵਾਨ ਵੀ ਹੋਣ ਤੇ ਚੋਣ ਲੜਨਾ ਕੋਈ ਗੁਨਾਹ ਤਾਂ ਹੈ ਨਹੀਂ, ਇਹ ਕੋਈ ਦੇਸ਼ ਧਰੋਹ ਵਾਲਾ ਮਾਮਲਾ ਤਾਂ ਹੈ ਨਹੀਂ। ਜੇਕਰ ਇਸ ਵਕਤ ਦੇਸ਼ ਧਰੋਹ ਦੇ ਮਾਮਲੇ ਵਾਲੇ ਲੋਕ ਵੀ ਚੋਣਾਂ ਲੜ ਸਕਦੇ ਆ, ਜੇਕਰ ਇਸ ਵਕਤ ਕਈ ਤਰ੍ਹਾਂ ਦੇ ਪਰਚਿਆਂ ਦੇ ਵਿੱਚ ਸ਼ਾਮਲ ਲੋਕ ਚੋਣਾਂ ਲੜ ਸਕਦੇ ਆ, ਤਾਂ ਇਹ ਜਿਹੜੇ ਕਿ ਹੱਕ ਸੱਚ ਦੀ ਗੱਲ ਲੋਕ ਕਰਦੇ ਤੇ ਇਹ ਕਿਉਂ ਨਹੀਂ ਚੋਣ ਲੜ ਸਕਦੇ? ਇੱਥੇ ਪਾਰਟੀ ਕਿਉਂ ਨਹੀਂ ਬਣ ਸਕਦੀ? ਜੇ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲ ਸਕਦੀ ਹੈ ਤੇ ਜੇ ਕੱਲ੍ਹ ਨੂੰ ਇੱਕ ਦੀ ਥਾਂ ਦੇ ਉੱਤੇ 2 ਪਾਰਟੀਆਂ ਵੀ ਨਿਕਲੇ ਹੋਣ ਇਸ ਅੰਦੋਲਨ ਦੇ ਵਿੱਚੋਂ, ਤਾਂ ਕਿਸੇ ਨੂੰ ਕੀ ਸਮੱਸਿਆ? ਪਰ ਉਹਨਾਂ ਦੇ ਵੱਲੋਂ ਇਸ ਗੱਲ ਦਾ ਮੁੱਦਾ ਬੇਲੋੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਹਾਲ ਦੀ ਘੜੀ ਬਣਦਾ ਨਜ਼ਰ ਨਹੀਂ ਆਉਂਦਾ। ਵੈਸੇ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਕਿਸਾਨ ਆਗੂ ਇਹੋ ਜਿਹੇ ਆ ਜਿਨ੍ਹਾਂ ਨੇ ਬੇਹੱਦ ਸਰਗਰਮ ਭੂਮਿਕਾ ਇਸ ਅੰਦੋਲਨ ਦੇ ਵਿੱਚ ਨਿਭਾਈ ਹੈ ਤੇ ਨਿਭਾ ਵੀ ਰਹੇ ਆ ਅੱਗੇ ਤੋਂ ਅੱਗੇ, ਜਿਹੜੇ ਦਿਨ ਰਾਤ ਇੱਕ ਕਰ ਰਹੇ ਆ, ਜਿਨ੍ਹਾਂ ਨੇ ਆਪਣੇ ਸਾਰੇ ਕੰਮਕਾਜ ਛੱਡੇ ਹੋਏ ਆ। ਜੇਕਰ ਸਾਨੂੰ ਕੋਈ ਕੰਮ ਕਰਦਾ ਦਿਸੇ ਤਾਂ ਫਿਰ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਆ, ਵੋਟਾਂ ਦੇ ਰੂਪ ਦੇ ਵਿੱਚ ਵੀ ਤੇ ਬਿਨਾਂ ਵੋਟਾਂ ਤੋਂ ਵੀ। ਅਸੀਂ ਤਾਂ ਉਹਨਾਂ ਨੂੰ ਹੁਣ ਤੱਕ ਵੋਟਾਂ ਪਾਈਆਂ ਜਿਨ੍ਹਾਂ ਨੇ ਪਹਿਲਾਂ ਵੀ ਨਹੀਂ ਕਦੇ ਕੰਮ ਕੀਤਾ, ਮਗਰੋਂ ਵੀ ਨਹੀਂ ਕੀਤਾ। ਇਹ ਸਾਨੂੰ ਦਿਸਦੇ ਤਾਂ ਹੈ ਨਾ ਵੀ ਕਿਵੇਂ ਲੜਾਈ ਲੜ ਰਹੇ ਆ, ਇਹ ਦਿਸਦੇ ਤਾਂ ਹੈ ਵੀ ਕਿਵੇਂ ਸਾਡੇ ਲਈ ਪਾਣੀ ਦੀਆਂ ਬੁਛਾੜਾਂ ਚੱਲਣਗੇ। ਇਸ ਕਰਕੇ ਖੁੱਲ੍ਹੇ ਮਨ ਦੇ ਨਾਲ ਸਵਾਗਤ ਕਰਨਾ ਬਣਦਾ ਹੈ। ਜੇਕਰ ਕੱਲ੍ਹ ਨੂੰ ਕੋਈ ਨਵੀਂ ਪਾਰਟੀ ਵੀ ਸਾਹਮਣੇ ਆਉਂਦੀ ਹੈ, ਰਾਜਨੀਤਿਕ ਰੰਗਣ ਦੇ ਵਿੱਚ ਰੰਗੇ ਹੋਏ ਲੋਕ ਜੋ ਮਰਜ਼ੀ ਕਹਿੰਦੇ ਰਹਿਣ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ, ਉਹ ਇਸ ਵਕਤ ਬਿਲਕੁਲ ਸ਼ਾਂਤ ਬੈਠੀਆਂ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਇਉਂ ਲੱਗਦਾ ਕਿ ਵਜੂਦ ਖਤਰੇ ਦੇ ਵਿੱਚ ਪਿਆ ਹੋਇਆ। ਇੱਕ ਪਾਰਟੀ ਦੂਜੀ ਪਾਰਟੀ ਦੇ ਬਾਬਤ ਕੋਈ ਇਲਜ਼ਾਮ ਲਾਉਂਦੀ ਹੈ, ਹੁਣ ਲੋਕਾਂ ਦਾ ਕੋਈ ਧਿਆਨ ਨਹੀਂ ਵੀ ਕਿਹਨੇ ਕਿਹਦੇ ਬਾਰੇ ਕੀ ਕਿਹਾ। ਕੱਲ੍ਹ ਤੱਕ ਖਬਰਾਂ ਆਉਂਦੀਆਂ ਸੀ ਕਿ ਫਲਾਣਾ ਫਲਾਣੇ ਨਾਲ ਮਿਲਿਆ ਹੈ, ਫਲਾਣਾ ਫਲਾਣੇ ਦੇ ਨਾਲ ਮਿਲਿਆ ਹੈ, ਉਹਨੇ ਪੰਜਾਬ ਬਰਬਾਦ ਕਰ ਦਿੱਤਾ, ਅਸੀਂ ਪੰਜਾਬ ਆਬਾਦ ਕਰ ਦਿੱਤਾ, ਫਲਾਣਾ ਹੋ ਗਿਆ, ਢੀਂਗੜਾ ਹੋ ਗਿਆ। ਅੱਜ ਦੀ ਤਰੀਕ ਦੇ ਵਿੱਚ ਇਹਨਾਂ ਗੱਲਾਂ ਦਾ ਕੋਈ ਮੁੱਲ ਨਹੀਂ। ਅੱਜ ਦੀ ਤਰੀਕ ਦੇ ਵਿੱਚ ਜੇਕਰ ਕਿਸੇ ਵੀ ਪਾਰਟੀ ਦੇ ਨੇਤਾ ਨੇ ਕੋਈ ਵੀ ਪ੍ਰੋਗਰਾਮ ਲਿਖਣਾ, ਉਹ ਇਹ ਸੋਚ ਰਿਹਾ ਯਾਰ ਕਿ ਹਾਲੇ ਮਹੀਨਾ ਠਹਿਰ ਜਾਂਦੇ ਆ, ਹਾਲੇ ਸਿਰਫ ਕਿਸਾਨ ਦੀ ਗੱਲ ਚੱਲ ਰਹੀ ਹੈ। ਯਾਨੀ ਕਿ ਕਿਸਾਨ ਦਾ ਜਾਦੂ, ਕਿਸਾਨ ਸ਼ਬਦ ਇਸ ਵਕਤ ਸਿਰ ਦੇ ਉੱਤੇ ਚੜ੍ਹ ਕੇ ਬੋਲ ਰਿਹਾ। ਚਾਰੇ ਪਾਸੇ ਇਸ ਸ਼ਬਦ ਦੀ ਮਹਿਮਾ ਹੋ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 3 ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਅੰਨਦਾਤਾ ਵੱਲੋਂ ਤਕਰੀਬਨ ਪੌਣੇ 2 ਮਹੀਨਿਆਂ ਤੋਂ ਦਿੱਲੀ ਦੀ ਦਹਿਲੀਜ਼ ਦੇ ਉੱਤੇ ਹਿੱਕ ਡਾਹ ਕੇ ਕੀਤੇ ਜਾ ਰਹੇ ਅੰਦੋਲਨ ਦੀਆਂ, ਜਿੱਥੇ ਭਾਰਤ ਦੇਸ਼ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਧੁੰਮਾਂ ਪਾਈਆਂ ਹੋਈਆਂ ਨੇ ਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੈਠੇ ਪੰਜਾਬੀਆਂ ਵੱਲੋਂ ਵੀ ਇਸ ਅੰਦੋਲਨ ਦੇ ਵਿੱਚ ਬਣਦਾ ਸਰਦਾ ਯੋਗਦਾਨ ਪਾਇਆ ਜਾ ਰਿਹਾ। ਤੇ ਉਸ ਤੋਂ ਇਲਾਵਾ ਇਸ ਵਕਤ ਵਿਰੋਧੀ ਧਿਰਾਂ ਨੇ ਵੀ ਖਾਸ ਕਰਕੇ ਏਜੰਸੀਆਂ ਦੇ ਵੱਲੋਂ ਵੀ ਇਸ ਅੰਦੋਲਨ ਦੇ ਉੱਤੇ ਬਾਜ਼ ਅੱਖ ਰੱਖੀ ਹੋਈ ਹੈ। ਤੇ ਇਹ ਵੀ ਪਤਾ ਲੱਗਾ ਹੈ ਵੀ ਕਿਸਾਨ ਕਿਸੇ ਸਿਆਸੀ ਪਾਰਟੀ ਦੇ ਸਹਾਰੇ ਤੋਂ ਬਿਨਾਂ ਆਪਣੇ ਪੈਰਾਂ ਸਿਰ ਕਿਵੇਂ ਵੱਡੀ ਲੜਾਈ ਲੜ ਰਹੇ ਨੇ। ਇਹਦੇ ਬਾਬਤ ਵੀ ਰਾਜਨੀਤਿਕ ਲੋਕ ਕਈ ਤਰ੍ਹਾਂ ਦੀ ਗੁਣਾ ਘਟਾਓ ਕਰਕੇ ਦੇਖ ਰਹੇ ਨੇ। ਕਿਸਾਨਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਸਿਆਸੀ ਪਾਰਟੀਆਂ ਦੇ ਉੱਤੇ ਨਿਰਭਰ ਨਹੀਂ, ਸਗੋਂ ਕਿਸਾਨੀ ਵੋਟ ਬੈਂਕ ਦੀ ਪਾਰਟੀਆਂ ਨੂੰ ਲੋੜ ਹੈ, ਨਾ ਕਿ ਸਾਨੂੰ ਉਹਨਾਂ ਦੀ। ਮੌਜੂਦਾ ਸਮੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਮੋਦੀ ਹਕੂਮਤ ਦੇ ਨਾਲ 2-2 ਹੱਥ ਕਰ ਰਹੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੀ ਇਸ ਵੇਲੇ ਵੱਡੀ ਜਿੱਤ ਇਹ ਕਹੀ ਜਾ ਸਕਦੀ ਹੈ ਕਿ ਉਹਨਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੇ ਅੰਦੋਲਨ ਦੇ ਵਿੱਚ ਘੁਸਪੈਠ ਨਾ ਕਰਨ ਦਿੰਦੇ ਹੋਏ ਜਿੰਨੇ ਵੱਡੇ ਸਮੇਂ ਤੋਂ ਇਹ ਅੰਦੋਲਨ ਜਾਰੀ ਰੱਖਿਆ ਹੋਇਆ, ਜਦ ਕਿ ਦੇਸ਼ ਦੀਆਂ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਮੁੱਢ ਤੋਂ ਹੀ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਕੇ ਸਿਆਸੀ ਲਾਹਾ ਲੈਣ ਦੇ ਲਈ ਰਸਤਾ ਲੱਭਦੀਆਂ ਰਹੀਆਂ ਨੇ। ਕਿਉਂਕਿ ਮੌਜੂਦਾ ਸਮੇਂ ਪੰਜਾਬ ਦੀ ਤਾਂ ਸਮੁੱਚੀ ਸਿਆਸਤ ਹੀ ਕਿਸਾਨੀ ਦੁਆਲੇ ਘੁੰਮ ਰਹੀ ਹੈ। ਕੇਂਦਰ ਦੀ ਮੋਦੀ ਦੀ ਸਰਕਾਰ ਦੀ ਇਸ ਵਕਤ ਜਿੱਥੇ ਪੂਰੇ ਦੇਸ਼ ਦੇ ਵਿੱਚ ਕਿਰਕਰੀ ਹੋ ਰਹੀ ਆ, ਉੱਥੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਨੇ ਭਾਜਪਾਈ ਲੀਡਰਸ਼ਿਪ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਹੋਇਆ। ਲੰਘੇਰਣੀ ਹਰਿਆਣਾ ਦੇ ਕਰਨਾਲ ਨੇੜਲੇ ਕੈਮਲਾ ਪਿੰਡ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਮਹਾਂ ਪੰਚਾਇਤ ਪ੍ਰੋਗਰਾਮ ਵਾਲੀ ਥਾਂ ਦੇ ਉੱਤੇ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾਣ ਕਰਕੇ ਹਾਲਾਤ ਪੈਦਾ ਹੋਏ ਸਨ, ਜਿਹਦੇ ਕਰਕੇ ਇਸ ਵਕਤ ਬੀਜੇਪੀ ਦੇ ਹਰਿਆਣੇ ਦੇ ਕਈ ਨੇਤਾ 26 ਜਨਵਰੀ ਦੇ ਮੌਕੇ ਗਣਤੰਤਰ ਦਿਵਸ ਦੇ ਸਮੇਂ ਤਿਰੰਗਾ ਝੰਡਾ ਲਹਿਰਾਉਣ ਤੋਂ ਵੀ ਇਨਕਾਰ ਕਰ ਚੁੱਕੇ ਨੇ ਤੇ ਉਹਨਾਂ ਦੀ ਥਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਕਿਸਾਨ ਅੰਦੋਲਨ ਹੁਣ ਤੱਕ ਬਚਿਆ ਵੀ ਇਸ ਗੱਲੋਂ ਆ ਕਿਉਂਕਿ ਇਹਦੇ ਵਿੱਚ ਰਾਜਨੀਤਿਕ ਲੋਕਾਂ ਦਾ ਪੈਰ ਨਹੀਂ ਪਿਆ। ਹਾਲਾਂਕਿ ਹੋ ਸਕਦਾ ਮਾੜਾ ਮੋਟਾ ਕਿਸੇ ਨੇ ਯੋਗਦਾਨ ਪਾਇਆ ਹੋਵੇ ਜਿਹੜਾ ਕਿ ਅਦਿੱਖ ਹੋਵੇ, ਜਿਹੜਾ ਕਿ ਆਮ ਲੋਕਾਂ ਨੂੰ ਨਜ਼ਰ ਨਹੀਂ ਆਇਆ, ਪਰ ਜਿਹੜੇ ਵੀ ਨੇਤਾ ਸਿੱਧੇ ਤੌਰ ਦੇ ਉੱਤੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਅੰਦੋਲਨ ਦੇ ਵਿੱਚ। ਜਿਹੜੇ ਇਸ ਵਕਤ ਸਟੇਜ ਭਾਲਦੇ ਸੀ ਉਹਨਾਂ ਨੂੰ ਸਟੇਜ ਨਹੀਂ ਮਿਲੀ। ਜਿਹੜੇ ਲੋਕ ਚਾਹੁੰਦੇ ਸੀ ਅਸੀਂ ਟਰਾਲੀਆਂ ਭਰ ਕੇ ਭੇਜਦੇ ਹਾਂ, ਉਹਨਾਂ ਦੀ ਕੋਈ ਜ਼ਰੂਰਤ ਨਹੀਂ ਪਈ। ਇਸ ਕਰਕੇ ਇਹ ਅੰਦੋਲਨ ਹੁਣ ਤੱਕ ਇੰਨਾ ਲੰਮਾ ਸਮਾਂ ਚੱਲਿਆ। ਜੇ ਮੰਨ ਲਓ ਕਿ ਖੁੱਲ੍ਹ ਮਿਲੀ ਹੁੰਦੀ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਬੰਦਾ ਆ ਕੇ ਇੱਥੇ ਬੋਲ ਸਕਦਾ, ਉਹਨਾਂ ਨੇ ਇੱਕੋ ਗੱਲ ਕਰਨੀ ਸੀ ਜੀ ਕਿ ਸਾਡੀ ਸਰਕਾਰ ਆ, ਅਸੀਂ ਕਿਸਾਨੀ ਲਈ ਆਹ ਕੀਤਾ, ਫਲਾਣੀ ਸਰਕਾਰ ਸੀ ਉਹਨੇ ਕੁਝ ਨਹੀਂ ਕੀਤਾ, ਤੇ ਕਿਸਾਨ ਅੰਦੋਲਨ ਦੀ ਗੱਲ ਨਹੀਂ ਸੀ ਕਰਨੀ ਤੇ ਉਹਨਾਂ ਨੇ ਆਪਣੀਆਂ ਗੱਲਾਂ ਕਰਕੇ ਬਾਤਾਂ ਸੁਣਾ ਕੇ ਤੇ ਆ ਜਾ ਕਰਨਾ ਸੀ। ਇਸੇ ਕਰਕੇ ਕਿਸਾਨਾਂ ਦੇ ਵੱਲੋਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ। ਹੁਣ ਰਾਜਨੀਤਿਕ ਪਾਰਟੀਆਂ ਇਹ ਗੱਲ ਸੋਚ ਰਹੀਆਂ ਵੀ ਕਿਸਾਨੀ ਅੰਦੋਲਨ ਦੇ ਕਰਕੇ ਨੁਕਸਾਨ ਕਿਹਦਾ ਹੋਊਗਾ ਤੇ ਫਾਇਦਾ ਕਿਹਦਾ ਹੋਊਗਾ।
ਕਾਂਗਰਸ ਇਹ ਸੋਚ ਰਹੀ ਹੈ ਵੀ ਸਾਨੂੰ ਇੱਕ ਵਾਰ ਫਿਰ ਪੱਕੀ ਪਕਾਈ ਮਿਲ ਜਾਣੀ ਆ, ਸਾਡੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਆ, ਕਿਉਂਕਿ ਅਕਾਲੀ ਦਲ ਤੇ ਭਾਜਪਾ ਦਾ ਇਸ ਵਕਤ ਪੈਰ ਲੱਗਣੇ ਔਖੇ ਆ ਉਹਨਾਂ ਦੇ ਕਹਿਣ ਮੁਤਾਬਕ, ਤੇ ਆਮ ਆਦਮੀ ਪਾਰਟੀ ਦਾ ਹੀ ਵੁਕਤ ਕੋਈ ਨਹੀਂ ਗੀ, ਕਾਂਗਰਸੀ ਇਹ ਗੱਲ ਕਹਿੰਦੇ ਆ। ਜਦ ਕਿ ਅਕਾਲੀ ਦਲ ਦਾ ਇਹ ਕਹਿਣਾ ਕਿ ਭਾਜਪਾ ਦੇ ਲੀਡਰ ਟੁੱਟ ਕੇ ਸਾਡੇ ਵੱਲ ਆ ਰਹੇ ਆ, ਕਿਉਂਕਿ ਭਾਜਪਾ ਦੀ ਬਦਨਾਮੀ ਪੰਜਾਬ 'ਚ ਬਹੁਤ ਹੋ ਗਈ ਹੈ, ਤੇ ਕਾਂਗਰਸ ਨੇ ਕੀਤਾ ਕੁਝ ਨਹੀਂ, ਆਮ ਆਦਮੀ ਪਾਰਟੀ ਦੇ ਪਿੜ ਪੱਲੇ ਕੁਝ ਨਹੀਂ, ਸਾਡਾ ਦਾ ਲੱਗ ਜਾਣਾ। ਆਮ ਆਦਮੀ ਪਾਰਟੀ ਸੋਚਦੀ ਆ ਕਿ 4.25 ਵਰਿਆਂ ਦੇ ਵਿੱਚ 4 ਵਰਿਆਂ ਦੇ ਵਿੱਚ ਕਾਂਗਰਸ ਨੇ ਕੀਤਾ ਕੁਝ ਨਹੀਂ, ਅਕਾਲੀ ਦਲ ਨੂੰ ਪਿਛਲੀਆਂ ਕਈ ਗੱਲਾਂ ਲੈ ਬਹਿਣਗੀਆਂ, ਬੀਜੇਪੀ ਨੂੰ ਲੋਕ ਇਸ ਵਕਤ ਪਸੰਦ ਨਹੀਂ ਕਰ ਰਹੇ ਤੇ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਜਾਣਾ। ਸੋ ਸਾਰੀਆਂ ਸਿਆਸੀ ਪਾਰਟੀਆਂ ਇਸ ਤਰੀਕੇ ਦੀਆਂ ਜਰਬਾਂ ਤਕਸੀਬਾਂ ਕਰਨ ਦੇ ਵਿੱਚ ਲੱਗੀਆਂ ਹੋਈਆਂ, ਪਰ ਸੋਚਣਾ ਵਿਚਾਰਨਾ ਇਹ ਬਣਦਾ ਕਿ ਪੰਜਾਬ ਪੱਖੀ ਕੌਣ ਹੈ। ਇਸ ਵਕਤ ਉਰਲੀਆਂ ਪਰਲੀਆਂ ਜਬਲੀਆਂ ਜਿਹੜਾ ਮਰਜ਼ੀ ਮਾਰਦਾ ਹੋਵੇ, ਪਰ ਜੇਕਰ ਅਸੀਂ ਸਿਰ ਤੋਂ ਕੰਮ ਆਉਂਦੇ ਸਮੇਂ ਦੇ ਵਿੱਚ ਲਵਾਂਗੇ ਕਿ ਸਾਡੇ ਲਈ ਕੌਣ ਖੜਾ, ਅੱਜ ਤੱਕ ਕੌਣ ਨਹੀਂ ਖੜਾ, ਅਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ ਕਿੱਥੇ ਆ ਤੇ ਅਸੀਂ ਵੋਟਾਂ ਪਾਉਣ ਵਾਲੇ ਅੱਜ ਕਿੱਥੇ ਖੜੇ ਆ, ਤਾਂ ਚੰਗੇ ਨੇਤਾ ਆਉਂਦੇ ਸਮੇਂ 'ਚ ਚੁਣੇ ਜਾਣਗੇ, ਨਹੀਂ ਤਾਂ ਅਸੀਂ ਫਿਰ ਉਸੇ ਝਿੱਕੜ ਦੇ ਵਿੱਚ ਡਿੱਗ ਪੈਣਾ। ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਉੱਤੇ ਸਵਾਲ ਉੱਠਣ ਲੱਗੇ ਆ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਤੇ ਗੰਭੀਰ ਮਸਲਾ ਹੈਗਾ। ਆਮ ਤੌਰ ਦੇ ਉੱਤੇ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਠਣਗੇ, ਪਰ ਹੁਣ ਇਹ ਉੱਠਣ ਲੱਗ ਪਏ ਆ। ਕਿਉਂ ਉੱਠਣ ਲੱਗ ਪਏ ਆ, ਇਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਹਾਂ। ਜਿਸ ਤਰੀਕੇ ਦੇ ਨਾਲ 4 ਮੈਂਬਰੀ ਕਮੇਟੀ ਬਣਾਈ ਗਈ, ਜਿਸ ਤਰੀਕੇ ਦੇ ਨਾਲ ਪਹਿਲੇ ਅੱਧੇ ਘੰਟੇ ਦੇ ਵਿੱਚ ਹੀ ਇਸ ਕਮੇਟੀ ਦਾ ਸੱਚ ਸਾਹਮਣੇ ਆ ਗਿਆ ਵੀ ਇਹ ਤਾਂ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਪਹਿਲਾਂ ਹੀ ਆ, ਇਹਨਾਂ ਤੋਂ ਕਰਾਉਣਾ ਕੀ ਹੈ। ਸੋ ਉਸ ਤੋਂ ਬਾਅਦ ਬੇਭਰੋਸਗੀ ਦੀ ਲਹਿਰ ਇੱਕ ਵਾਰ ਫਿਰ ਪ੍ਰਚੰਡ ਹੋ ਗਈ ਹੈ। ਆਉਂਦੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀਆਂ ਗਤੀਵਿਧੀਆਂ ਦੇ ਉੱਤੇ, ਉਹਨਾਂ ਦੇ ਫੈਸਲਿਆਂ ਦੇ ਉੱਤੇ ਕੌਣ ਕੀ ਕਿੰਤੂ ਕਰਦਾ, ਇਹਦੇ ਬਾਬਤ ਵਕਤ ਦੱਸੂਗਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਲਕ ਇਸ ਵਕਤ ਕਿਹੜੀਆਂ ਗੱਲਾਂ ਚੱਲ ਰਹੀਆਂ ਨੇ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਅਮਲ ਦੇ ਉੱਤੇ ਅੰਤਰਿਮ ਰੋਕ ਲਾ ਕੇ 4 ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਤੋਂ ਕਿਸਾਨ ਬਿਲਕੁਲ ਖੁਸ਼ ਨਹੀਂ। ਕਿਸਾਨ ਜਥੇਬੰਦੀਆਂ ਨੇ ਕਾਨੂੰਨ ਦੇ ਉੱਤੇ ਪਾਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਸਪਸ਼ਟ ਇਨਕਾਰ ਕੀਤਾ ਹੈ। ਇਸ ਦੌਰਾਨ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੌਲਾ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਸਰਕਾਰ ਜੋ ਚਾਹੁੰਦੀ ਹੈ ਉਹੀ ਹੋ ਰਿਹਾ। ਉਹ ਜਾਣਦੀ ਸੀ ਕਿ ਅਦਾਲਤ ਕਮੇਟੀ ਬਣਾਵੇਗੀ। ਸਾਨੂੰ ਅਦਾਲਤ ਜਾਣ ਲਈ ਕਿਹਾ ਗਿਆ। ਸਾਨੂੰ ਸ਼ੁਰੂ ਤੋਂ ਪਤਾ ਸੀ ਕਿ ਕਮੇਟੀ ਕਾਰਪੋਰੇਟ ਸਮਰਥਕਾਂ ਵੱਲੋਂ ਬਣਾਈ ਜਾਵੇਗੀ, ਜੋ ਕਾਰਪੋਰੇਟ ਦੇ ਖਿਲਾਫ ਨਹੀਂ ਬੋਲਣਗੇ। ਕਾਂਗਰਸ ਦੇ ਸੀਨੀਅਰ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਕੱਲ੍ਹ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਨਿਯੁਕਤ ਕਮੇਟੀ ਦੇ 4 ਮੈਂਬਰ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਹਮਾਇਤੀ ਨੇ। ਉਹ ਕਮੇਟੀ ਦੇ ਮੈਂਬਰ ਬਣ ਕੇ ਕੀ ਕਰਨਗੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਨੇ ਕਠੋਰ ਨਾ ਬਣਨ, ਕਿਸਾਨਾਂ ਦੀ ਗੱਲ ਸੁਣਨ ਤਾਂ ਦੇਸ਼ ਤੁਹਾਡੀ ਗੱਲ ਸੁਣੇਗਾ, ਨਹੀਂ ਤਾਂ ਦੇਸ਼ ਤੁਹਾਡੀ ਗੱਲ ਸੁਣਨੀ ਬੰਦ ਕਰ ਦੇਵੇਗਾ। ਇਸ ਤੋਂ ਇਲਾਵਾ ਬੀਜੇਪੀ ਦੇ ਨੇਤਾਵਾਂ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਮੇਟੀ ਬਹੁਤ ਵਧੀਆ ਬਣੀ ਹੈ। ਕੁਝ ਕੁ ਬੀਜੇਪੀ ਦੇ ਨੇਤਾਵਾਂ ਦਾ ਕਹਿਣਾ ਕਿ ਹਾਲਾਂਕਿ ਅਸੀਂ ਖੇਤੀ ਕਾਨੂੰਨਾਂ ਦੇ ਉੱਤੇ ਵਕਤੀ ਤੌਰ ਦੇ ਉੱਤੇ ਵੀ ਰੋਕ ਨਹੀਂ ਸੀ ਚਾਹੁੰਦੇ, ਪਰ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਦਿਲੋਂ ਸਵਾਗਤ ਕਰਦੇ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਸੁਪਰੀਮ ਕੋਰਟ ਦੇ ਵੱਲੋਂ ਐਤਕੀ ਇਹ 4 ਮੈਂਬਰੀ ਕਮੇਟੀ ਬਣਾਉਣ ਦੀ ਥਾਂ ਦੇ ਉੱਤੇ ਬਣਦਾ ਸਰਦਾ ਹੋਰ ਫੈਸਲਾ ਲਿਆ ਜਾਂਦਾ, ਤਾਂ ਮੇਰੇ ਖਿਆਲ ਦੇ ਮੁਤਾਬਕ, ਮੇਰਾ ਨਿੱਜੀ ਤੌਰ ਦੇ ਉੱਤੇ ਖਿਆਲ ਆ, ਇਹ ਜ਼ਰੂਰੀ ਨਹੀਂ ਤੁਸੀਂ ਸਹਿਮਤ ਹੋਵੋ, ਕਿ ਲੰਘੇ ਵੇਲੇ ਦੇ ਵਿੱਚ ਜਿਹੜੇ ਕਿੰਤੂ ਪਰੰਤੂ ਹੋਏ ਆ ਉਹਨਾਂ ਨੂੰ ਵੀ ਇਸ ਵਕਤ ਸੁਧਾਰਨ ਦਾ ਮੌਕਾ ਸੀਗਾ, ਪਰ ਇੱਦਾਂ ਹੋਇਆ ਨਹੀਂ। ਉਹ ਆਪਾਂ ਜਾਣਦੇ ਹਾਂ ਵੀ ਕਿਹੜੇ ਕਾਰਨਾਂ ਕਰਕੇ ਨਹੀਂ ਹੋਇਆ, ਉਹ ਨਾਮ ਹੀ ਦੱਸੀਏ ਤਾਂ ਵੀ ਸਭ ਨੂੰ ਸਾਰਾ ਕੁਝ ਪਤਾ। ਸੋ ਕਹਿਣ ਦਾ ਭਾਵ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਨਿਆਂਪਾਲਿਕਾ ਦਾ ਅਕਸਾ ਜਿਹੜਾ ਉਹ ਧੁੰਦਲਾ ਨਾ ਹੋਵੇ, ਇਹਦੇ ਲਈ ਵੀ ਬੜੀ ਜ਼ਰੂਰੀ ਗੱਲ ਹੈ। ਸੁਪਰੀਮ ਕੋਰਟ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਪਰ ਫੈਸਲਿਆਂ ਦੇ ਉੱਤੇ ਕਿੰਤੂ ਆ ਜਿਹੜਾ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਜੰਗੀ ਪੱਧਰ ਤੇ ਹੋ ਰਿਹਾ। ਰਾਜਨੀਤਿਕ ਪਾਰਟੀਆਂ ਵੀ ਇਸ ਵੇਲੇ ਕਰ ਰਹੀਆਂ, ਅੰਦੋਲਨਕਾਰੀ ਵੀ ਇਸ ਵੇਲੇ ਕਰ ਰਹੇ ਆ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕਿਹੜਾ ਮੋੜ ਕੱਟਦਾ ਵਕਤ ਦੱਸੂਗਾ, ਪਰ 15 ਤਰੀਕ ਦੀ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ, ਕਿਸਾਨ ਆਗੂਆਂ ਨੇ ਇਹ ਪਹਿਲਾਂ ਦੱਸਤਾ ਵੀ ਕੁਛ ਨਹੀਂ ਨਿਕਲਣਾ, ਪਰ ਅਸੀਂ ਮੰਤਰੀਆਂ ਦੇ ਮੂਹਰੇ ਜਾਵਾਂਗੇ, ਅਸੀਂ ਫਿਰ ਉਹੀ ਗੱਲ ਕਰਾਂਗੇ ਵੀ ਖੇਤੀ ਕਾਨੂੰਨ ਰੱਦ ਕਰੋ। ਇਹ ਅਸੀਂ ਬਾਅਦ 'ਚ ਫੈਸਲਾ ਲਵਾਂਗੇ ਕਿ ਜਿਹੜੀ 4 ਮੈਂਬਰੀ ਕਮੇਟੀ ਬਣਾਈ ਗਈ ਹੈ ਇਹਦੇ ਮੂਹਰੇ ਪੇਸ਼ ਹੋਣਾ ਕਿ ਨਹੀਂ। ਤੇ ਜਾਂਦੇ ਜਾਂਦੇ ਇਹ ਵੀ ਦੱਸਦੇ ਗਏ ਕਿ ਲੰਘੇ ਕੱਲ੍ਹ ਯਾਨੀ ਕਿ ਰਾਤ ਦੇ ਵੇਲੇ ਲੋਹੜੀ ਮਨਾਈ ਗਈ ਆ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਤੇ ਹੋਰ ਥਾਵਾਂ ਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਫੂਕ ਕੇ ਲੋਹੜੀ ਮਨਾਈ ਗਈ ਹੈ। ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਆ ਕਿ ਅਸੀਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਨੂੰ ਅੱਗ ਲਾਉਣੇ ਆ, ਮਤਲਬ ਇਹ ਆ ਵੀ ਮਨ ਦੇ ਵਲਵਲੇ ਇਹ ਆ ਵੀ ਸਾਨੂੰ ਇਹਨਾਂ ਕਾਨੂੰਨਾਂ ਦੀ ਕੋਈ ਲੋੜ ਨਹੀਂ, ਕਿਉਂਕਿ ਜਦੋਂ ਅਸੀਂ ਮੰਗੇ ਨਹੀਂ ਤਾਂ ਫਿਰ ਇਹ ਸਾਡੇ ਉੱਤੇ ਕਿਹੜੀ ਗੱਲੋਂ ਥੋਪੇ ਗਏ ਆ। ਸੋ ਪੰਜਾਬ ਦੇ ਵਿੱਚ ਦੁੱਲੇ ਪੱਟੀ ਜਾਗੇ ਆ, ਪੰਜਾਬ ਦੇ ਦੁੱਲੇ ਪੱਟੀ ਉੱਠੇ ਆ, ਸੁੰਦਰੀਆਂ ਮੁੰਦਰੀਆਂ ਵੀ ਇਸ ਵਕਤ ਇਸ ਜੰਗ ਦੇ ਵਿੱਚ ਹੈ। ਦੇਖਦੇ ਹਾਂ ਕਿ ਜਿਹੜੇ ਜਾਬਰ ਲੋਕ ਨੇ ਉਹ ਕਿੰਨਾ ਕੁ ਚਿਰ ਅੜਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।